ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम ਭਰਾ ਦਾ ਵੀਰ ਜੀ ਬਾਦ ਲੋਕਾਂ ਨੂੰ ਇਰਾਨ ਅਮਰੀਕਾ ਜੰਗ ਤੇ ਪਾਕਿਸਤਾਨ ਦੀ ਸਾਲਸੀ ਹਜ਼ਮ ਨਹੀਂ ਹੋ ਰਹੀ ਇਸ ਤੇ ਵੀ ਆਪਣੀ ਕੀਮਤੀ ਰਾਏ ਤੋਂ ਨਵਾਜ਼ੋ। ਅਸੀਂ ਇਰਾਨ ਦੀ ਹਮਾਇਤ ਤਾਂ ਕੀਤੀ ਹੈ ਕਿਉਂਕਿ ਇਸ ਵਕਤ ਉਹ ਮਜ਼ਲੂਮ ਹੈ, ਲੇਕਿਨ ਇਰਾਨ ਦੀ ਆਵਾਮ ਵੀ ਇਰਾਨ ਦੇ ਉੱਤੇ ਬੰਬ ਵੱਜਣ ਤੇ ਖੁਸ਼ ਹੈ, ਬੜਾ ਵੱਡਾ ਤਬਕਾ। ਕਿਉਂ? ਕਿਉਂਕਿ ਜਿਹੜੇ ਉਹਦੇ ਉੱਤੇ ਉਹ ਮੁੱਲੇ ਬੈਠੇ ਨੇ ਨਾ, ਉਹਨਾਂ ਨੇ ਰੋਟੀ ਕੱਪੜਾ ਮਕਾਨ ਨਹੀਂ ਦਿੱਤਾ। ਇਰਾਨ ਕੋਲ ਇੰਨਾ ਤੇਲ ਹੈ, ਲੇਕਿਨ ਇੱਕ ਝੂਠਾ ਪੰਗਾ ਪਾਈ ਰੱਖਿਆ, ਆਪਣੀ ਆਵਾਮ ਨੂੰ ਭੁੱਖਾ ਰੱਖਿਆ। ਯਮਨ ਵਾਲਿਆਂ ਨੂੰ ਮਜ਼ਾਇਲ ਦੇ, ਸ਼ਾਮ ਵਾਲਿਆਂ ਨੂੰ ਦੇ, ਬਸ਼ਾਰ ਸ਼ੈਤਾਨ ਦੀ ਸਪੋਰਟ ਕਰ, ਇਰਾਕ ਦੇ ਵਿੱਚ ਸ਼ੀਆ ਦਹਿਸ਼ਤਗਰਦਾਂ ਨੂੰ ਸਪੋਰਟ ਕਰ। In 2003, the United States invaded Iraq and overthrew Saddam Hussein. For Iran, this was a geopolitical earthquake. Its most dangerous enemy was gone, eliminated by Iran's greatest adversary, and Iran moved fast. They flooded the country with intelligence officers, religious scholars, and funding for local militias. Today, the Popular Mobilization Forces in Iraq are a collection of militias, many of which are openly loyal to Iran's supreme leader. Iraq became both a buffer and a launchpad. For Saudi Arabia and Jordan, this changed everything. Iran was no longer across the Gulf, it was on their border. With influence in Iraq secured, Iran pursued something unprecedented, a continuous corridor of influence stretching westward. They call it the Land Bridge, a route that runs from Iran through Iraq into Syria and onward to Lebanon. Through this corridor, Iran can move weapons, personnel, and supplies without relying on airspace or sea lanes vulnerable to interception. ਉਹਨਾਂ ਨੇ ਹਰ ਜਗ੍ਹਾ ਦਹਿਸ਼ਤਗਰਦੀ ਦੀ ਸਪੋਰਟ ਕੀਤੀ ਹੈ ਔਰ ਆਪਣੀ ਆਵਾਮ ਨੂੰ ਨਹੀਂ ਦਿੱਤਾ, ਤੇ ਆਵਾਮ ਉਹਨਾਂ ਦੀ ਦੁਸ਼ਮਣ ਬੰਬ ਮਾਰਦੇ ਨੇ, ਫਿਰ ਵੀ ਖੁਸ਼ ਹੋ ਰਹੀ ਹੈ। ਤੇ ਇਹ ਇੱਕ ਬੰਦਾ ਸਟੈਂਡ ਅਪ ਕਮੇਡੀਅਨ ਹੈ, ਉਹ ਬੰਦੇ ਕੋ ਪੁੱਛਦਾ ਤੂੰ ਕਿੱਥੋਂ ਆਉਂਦਾ? ਮੈਂ ਇਰਾਨੀ ਹਾਂ, ਤੇ ਸਾਡੇ ਅਕਸਰ ਇਰਾਨੀ ਜਿਹੜੇ ਬਾਹਰ ਦੇ ਉਹ ਬੜੇ ਖੁਸ਼ ਨੇ। ਉਹ ਇਹਨਾਂ ਮੁੱਲਿਆਂ ਤੋਂ ਉਹ ਆਉਂਦੇ ਨੇ ਕੋਈ ਵੀ ਇਹਨਾਂ ਨੂੰ ਲਾਹ ਦੇਵੇ ਨਾ ਤੇ ਅਸੀਂ ਰਾਜ਼ੀ ਹਾਂ, ਭਾਵੇਂ ਕੋਈ ਦੁਸ਼ਮਣ ਆ ਜੇ। This is very strange to us because a lot of us are seeing the Iranian diaspora actually celebrate the Israeli invasion. It's very difficult for us to support the Israeli invasion of any place. ਉਹ ਹਿਸਾਬ ਪਾਕਿਸਤਾਨ ਦੇ ਜਿਹੜੇ ਸਾਡੇ ਯੂਥੀ ਹੈ ਨਾ, ਉਹਨਾਂ ਦਾ ਉਹ ਹਿਸਾਬ ਹੋ ਗਿਆ। ਇਹਦੇ 'ਚ ਯੂਥੀਆਂ ਦਾ ਵੀ ਕਸੂਰ ਹੈ, ਲੇਕਿਨ ਜਦੋਂ ਤੁਸੀਂ ਲੋਕਾਂ ਨੂੰ ਜੀਣਾ ਹਰਾਮ ਕਰ ਦਿੰਦੇ ਹੋ ਨਾ, ਤੇ ਲੋਕ ਜਿਹੜੇ ਨੇ ਉਹ ਆਉਂਦੇ ਨੇ ਕੋਈ ਦੁਸ਼ਮਣ ਵੀ ਆਈਏ ਤੇ ਉਹ ਕਰ ਲਵੇ। ਤੇ ਪਾਕਿਸਤਾਨ ਦੇ ਵਿੱਚ ਵੀ ਅੱਜ ਚਲੋ ਅਸੀਂ ਖੁਸ਼ ਹਾਂ, ਪਾਕਿਸਤਾਨ ਸੁਲ੍ਹਾ ਕਰਾ ਰਿਹਾ, ਅੱਛੀ ਗੱਲ ਹੈ, ਲੇਕਿਨ ਇਹ ਇੰਡੀਅਨ ਐਨਾਲਿਸਟ ਨੂੰ ਸੁਣੋ। If you don't have cheap energy, abundant energy, it restricts your growth. ਉਹਨੇ ਕੀ ਕਿਹਾ? ਉਹਨੇ ਕਿਹਾ ਕਿਸੇ ਮੁਲਕ ਦੀ ਤਰੱਕੀ ਰੁਕ ਜਾਂਦੀ ਹੈ ਜੇ ਉੱਥੇ ਬਿਜਲੀ ਮਹਿੰਗੀ ਹੋ ਜੇ। ਪਾਕਿਸਤਾਨ 'ਚ ਬਿਜਲੀ ਪੈਟਰੋਲ ਮਹਿੰਗਾ ਹੈ। ਚੀਨ ਦੁਨੀਆ 'ਚ ਸਭ ਤੋਂ ਸਸਤੇ ਸੋਲਰ ਪੈਨਲ ਬਣਾ ਰਿਹਾ। ਪਾਕਿਸਤਾਨ ਦੇ ਵਿੱਚ ਤਾਂ ਮੁਫਤ ਹੋਣੀ ਚਾਹੀਦੀ ਹੈ ਬਿਜਲੀ। ਸਾਰੇ ਜਿੰਨੀ ਸਾਡੀ ਧੁੱਪ ਪੈਂਦੀ ਹੈ, ਜਿੰਨੀ ਗਰਮੀ ਹੈ, ਅੰਨ੍ਹੇਵਾਹ ਸੋਲਰ ਪੈਨਲ ਲਿਆ ਕੇ ਸਾਨੂੰ ਇਸ ਹਿਸਾਬ 'ਚੋਂ ਕੱਢਣਾ ਚਾਹੀਦਾ। ਸਾਡੀ ਪਾਕਿਸਤਾਨ ਦੀ ਤਰੱਕੀ ਕਿਉਂ ਰੁਕ ਗਈ ਹੈ? ਲੋਕਾਂ ਦਾ ਰਿਜ਼ਕ ਕਿਉਂ ਤਬਾਹ ਹੋ ਗਿਆ? ਕਿਉਂਕਿ ਬਿਜਲੀ ਔਰ ਪੈਟਰੋਲ ਮਹਿੰਗਾ ਹੈ। ਤੁਸੀਂ ਸੋਲਰ ਪੈਨਲ ਲੈ ਆਓ ਨਾ, ਤੇ ਤੁਹਾਡੀ ਘਰ ਦੀ ਬਿਜਲੀ ਵੀ ਹੱਲ ਹੋ ਜਾਏਗੀ, ਅਤੇ ਪੈਟਰੋਲ ਤੋਂ ਜਾਨ ਛੁੱਟ ਜਾਏਗੀ। ਇਲੈਕਟ੍ਰਿਕ ਕਾਰਾਂ, ਇਲੈਕਟ੍ਰਿਕ ਮੋਟਰਸਾਈਕਲਾਂ, ਚੀਨ ਕਰੋੜਾਂ ਦੀ ਤਾਦਾਦ 'ਚ ਇਲੈਕਟ੍ਰਿਕ ਮੋਟਰਸਾਈਕਲਾਂ ਬਣਾ ਰਿਹਾ। ਉਹ ਸਾਡੇ ਜਿਹੜੇ ਪਾਗਲ ਹੋ ਗਏ ਨਾ ਯੂਥੀਏ, ਉਹਨਾਂ ਦੀ ਵਜ੍ਹਾ ਵੀ ਇਹ ਹੀ ਹੈ। ਅਤੇ ਸਾਡੇ ਇੰਝ ਸਾਕਡਾਰ ਅਤੇ ਬੜੇ ਇੰਝ ਫਿਰਨ ਡੇ ਨੇ ਜਿਵੇਂ ਇਹਨਾਂ ਨੇ ਕਿਹੜਾ ਪਹਾੜ ਢਾਹ ਲਿਆ। ਪਹਾੜ ਉਸ ਦਿਨ ਢੱਠਣਾ ਜਿੱਦਣ ਲੋਕਾਂ ਨੂੰ ਰੋਟੀ, ਕੱਪੜਾ, ਮਕਾਨ, ਇੱਜ਼ਤ ਮਿਲਣੀ ਹੈ। ਉਹ ਇਰਾਨ ਨੇ ਵੀ ਨਹੀਂ ਦਿੱਤੀ ਔਰ ਉਹ ਪਾਕਿਸਤਾਨ ਨੇ ਵੀ ਨਹੀਂ ਦਿੱਤੀ। ਅਤੇ ਜਿਹੜੇ ਪਾਕਿਸਤਾਨ 'ਚ ਅੱਜ ਕੱਲ੍ਹ ਇਰਾਨ ਦੇ ਹਮੈਤੀ ਨੇ ਨਾ, 56 ਔਰਤੋਂ ਦਾ ਇਕੱਲਾ ਮਰਦ ਭਰਾ, ਸਾਨੂੰ ਪਤਾ ਇਰਾਨ ਕਿੰਨੇ ਕੁ ਪਾਣੀ 'ਚ, ਤੇ ਕੀ ਉਹਨੇ ਅਰਬਾਂ ਦੇ ਨਾਲ ਕੀਤਾ। Then came 1979. The Islamic Revolution didn't just change Iran's government, it changed the nature of the state. Ayatollah Khomeini rejected monarchy itself as un-Islamic. He looked across the Gulf at kings and emirs and told them their time was up. His revolution wasn't just for Iran alone, it was for the entire world. For Saudi Arabia, this was a declaration of war.
The Saudi state draws its legitimacy from guarding Mecca and Medina and views Shi'ism as heresy. Suddenly, a revolutionary theocracy next door was claiming to lead the Islamic world. The fear was that Iran would invade with ideas, not tanks. Khomeini argued that legitimacy came from clerics, not kings. Iran's leaders spoke directly to Shia communities across the Arab world, bypassing their governments. They encouraged protest and resistance. Unrest erupted in Saudi Arabia's eastern province in 1979. Bahrain saw repeated waves of Shia protest in the decades that followed, blamed on Iranian agitation. ਤੇ ਅਰਬਾਂ ਦੇ ਖਿਲਾਫ ਇੰਝ ਹੋਏ ਨੇ ਜਿਵੇਂ ਅਰਬ ਕੋਈ ਮੁਜਰਮ ਨੇ ਤੇ ਇਰਾਨ ਕੋਈ ਫਰਿਸ਼ਤਾ ਹੈ। ਤੇ ਕਹਿਣ ਤੋਂ ਮੁਰਾਦ ਇਹ ਵੇ ਕਿ ਇਰਾਨ ਨੂੰ ਛਿੱਤਰ ਪਏ ਨੇ ਚਾਰ, ਉਹਨਾਂ ਨੂੰ ਵੀ ਹੁਣ ਅਕਲ ਕਰਨੀ ਚਾਹੀਦੀ ਆਪਣੇ ਆਵਾਮ ਦੀ ਰੋਟੀ ਹੁਣ ਸਾਨੂੰ ਜ਼ੈਦ ਅਹਿਮਦ ਜਿਹੜਾ ਸੀ ਕੁਸਤਨਤਨੀਆ ਦਿੱਲੀ ਤੇ ਝੰਡੇ ਲਹਿਰਾਣੇ, ਹੁਣ ਇਹ ਸਾਨੂੰ ਸਾਰਾ ਮਜ਼ਾਕ ਲੱਗਦਾ ਹੈ, ਇਹ ਸਾਨੂੰ ਜੋਕਰ ਲੱਗਦੇ ਨੇ। ਸਾਨੂੰ ਭਾਈ ਨਜ਼ਰੀਆ ਨਹੀਂ ਚਾਹੀਦਾ, ਰੋਟੀ ਕੱਪੜਾ ਮਕਾਨ ਇੱਜ਼ਤ ਚਾਹੀਦੀ ਹੈ ਸਾਡੀ ਆਵਾਮ ਨੂੰ ਵੀ। ਅਤੇ ਉਹ ਤਾਂ ਲੋਕ ਨੌਜਵਾਨ ਫਰਸਟ੍ਰੇਟ ਹੋ ਗਏ ਨੇ, ਉਹਨਾਂ ਦਾ ਵੀ ਤੁਸੀਂ ਨੁਕਤਾ ਨਜ਼ਰ ਸਮਝਣਾ। ਮੈਂ ਇਸ ਗੱਲ ਦੇ ਹਮਾਇਤੀ ਨਹੀਂ ਕਿ ਪਾਕਿਸਤਾਨ ਕੋਈ ਅੱਛਾ ਕੰਮ ਕਰ ਰਿਹਾ ਫਿਰ ਵੀ ਤੁਸੀਂ ਉਹਦੀ ਮੁਖਾਲਫਤ ਕਰੋ, ਲੇਕਿਨ ਤੁਸੀਂ ਲੋਕਾਂ ਦੀ ਹਾਲਾਤ ਵੀ ਸਮਝੋ। ਉਹ ਇਰਾਨ ਦੇ ਲੋਕ ਵੀ ਗੁਰਬਤ 'ਚ ਮਰਨ ਡੇ ਨੇ, ਯਮਨ ਦੇ ਵਿੱਚ ਕਹਿਤ ਪੈ ਗਿਆ, ਇਰਾਨ ਨੇ ਉਹਨਾਂ ਨੂੰ ਬੰਬ ਦਿੱਤੇ ਨੇ, ਮਿਜ਼ਾਈਲ ਦਿੱਤੇ ਨੇ, ਰੋਟੀ ਨਹੀਂ ਦਿੱਤੀ ਇਰਾਨ ਨੇ ਉਹਨਾਂ ਨੂੰ। Ballistic missiles, drones, and anti-ship mines were smuggled into Yemen. They began firing ballistic missiles deep into Saudi territory, targeting airports in Riyadh and oil facilities in Jeddah. Yemen proved that Iran could bleed them dry and terrorize their cities, all without ever firing a shot from Iranian soil. ਪੰਗਾ ਪਵਾਇਆ ਸਾਊਦੀ ਅਰਬ ਦੇ ਨਾਲ, ਅਤੇ ਉਸ ਤੋਂ ਅਰਬ ਵਾਲੇ ਇਸ ਹਵਾਲੇ ਨਾਲ ਜਿੰਜਦੇ ਵੀ ਨੇ, ਇਹਨਾਂ ਤੋਂ ਹਜ਼ਾਰ ਦਰਜੇ ਚੰਗੇ ਨੇ। ਉਹਨਾਂ ਆਪਣੀ ਆਵਾਮ ਨੂੰ ਰੋਟੀ ਕੱਪੜਾ ਇੱਜ਼ਤ ਹਰ ਸ਼ੈ ਦਿੱਤੀ ਹੈ। ਉਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਨੇ ਉਹ ਵੀ ਅਸੀਂ ਗਲਤ ਆਨੇ ਹਾਂ, ਲੇਕਿਨ ਕਿਸੇ ਵੀ ਮਾਸ਼ਰੇ ਦੇ ਵਿੱਚ ਸਭ ਤੋਂ ਬਦਮਾਸ਼ੀ ਕਰਨ ਤੋਂ ਪਹਿਲਾਂ ਕਿਸੇ ਵੀ ਰਿਆਸਤ ਜਿੰਜ ਪਾਕਿਸਤਾਨ ਨੇ ਇੰਡੀਆ ਨੂੰ ਫੰਡ ਲਿਆ ਅਤੇ ਬੜੇ ਖੁਸ਼ ਨੇ, ਉਹ ਬਦਮਾਸ਼ੀ ਕਰਨ ਤੋਂ ਪਹਿਲਾਂ ਤੁਸੀਂ ਰੋਟੀ ਖਵਾਉਣੀ ਹੁੰਦੀ ਹੈ ਆਪਣੀ ਆਵਾਮ ਨੂੰ, ਆਪਣੀ ਆਵਾਮ ਨੂੰ ਖੁਸ਼ ਕਰਨਾ ਹੁੰਦਾ ਹੈ। ਆਵਾਮ ਨੂੰ ਰੋਟੀ ਖਵਾਉਣ ਦਾ ਛੋਟੇ ਅਰਸੇ ਵਾਸਤੇ ਤਰੀਕਾ ਇਹ ਵੇ ਕਿ ਸੋਲਰ ਪੈਨਲ ਦਿਓ, ਸੋਲਰ ਕਾਰਾਂ ਲਿਆਓ, ਆਪਣੇ ਵਾਸਤੇ ਕਾਰਾਂ ਲਿਆਓ, ਸਾਡੇ ਵਾਸਤੇ ਮੋਟਰਸਾਈਕਲ ਲਿਆਓ ਇਲੈਕਟ੍ਰਿਕ ਚੀਨ ਕੋਲੋਂ, ਕਿਸਾਨਾਂ ਨੂੰ ਛੋਟੀ ਮਸ਼ੀਨਰੀ ਲਿਆ ਕੇ ਦਿਓ ਚੀਨ ਤੋਂ, ਅਤੇ ਅੰਗਰੇਜ਼ੀ ਦਾ ਅਜ਼ਾਬ ਸਾਡੇ ਤੋਂ ਲਾ ਕੇ ਸਾਡੇ ਨੌਜਵਾਨਾਂ ਨੂੰ ਇਲਮ ਹੁਨਰ ਸਿਖਾਓ ਤਾਂ ਕਿ ਪਾਕਿਸਤਾਨ ਅਸਲ ਤਾਕਤ ਬਣੇ। ਅਤੇ ਫਿਰ ਤੁਹਾਨੂੰ ਇਹ ਨਾ ਕਹਿਣਾ ਪਵੇ ਕਿ ਯੂਥੀ ਇੰਝ ਕਹਿ ਰਹੇ ਨੇ ਅਤੇ ਫਲਾਣੇ ਇੰਝ ਕਹਿ ਰਹੇ ਨੇ। ਜਦੋਂ ਆਵਾਮ ਨੂੰ ਰੋਟੀ, ਆਵਾਮ ਇਮਰਾਨ ਖਾਨ ਦੇ ਨਾਲ ਕਿਉਂ ਹੈ? ਕਿਉਂਕਿ ਇਮਰਾਨ ਖਾਨ ਨੇ ਉਹਨਾਂ ਨੂੰ ਝੂਠੇ ਨਾਅਰੇ, ਝੂਠੇ ਦਾਅਵੇ ਕੀਤੇ ਸਨ ਕਿ ਮੈਂ ਕਰ ਦਿਆਂਗਾ, ਉਹ ਕਰ ਦਿਆਂਗਾ। ਆਪ ਵੀ ਅੰਦਰ ਗਏ ਹੈ ਅਤੇ ਮੁੰਡਿਆਂ ਨੂੰ ਵੀ ਉਹਨੇ ਪਾਗਲ ਕਰਤਾ। ਤੋ ਜਿਹੜੇ ਕੰਮ ਕਰਨ ਵਾਲੇ ਨੇ ਉਹ ਪਾਕਿਸਤਾਨ 'ਚ ਕਰਨ ਵਾਲੇ ਨੇ, ਉਹ ਜ਼ਰੂਰੀ ਨੇ। ਪਾਕਿਸਤਾਨ ਦਾ ਮਾਸ਼ਰਾ ਵੀ ਇਸ ਟਾਈਮ ਅੰਦਰੋਂ ਪਾਟਣ 'ਤੇ ਆਏ ਹੈ। ਕਿਉਂ? ਗੁਰਬਤ ਦੀ ਵਜ੍ਹਾ ਤੋਂ। ਲੋਕਾਂ ਕੋਲ ਰੋਟੀ ਨਹੀਂ। ਅਸੀਂ ਕਿਉਂ ਮੁਲਕ ਤੋਂ ਬਾਹਰ ਨੱਸ ਗਏ ਹਾਂ? ਕਿਉਂਕਿ ਭਾਈ ਉੱਥੇ ਰਿਜ਼ਕੇ ਹਲਾਲ 'ਚ ਗੁਜ਼ਾਰਾ ਹੀ ਮੁਸ਼ਕਿਲ ਹੋ ਗਿਆ। ਅਤੇ ਉਹ ਆਸਾਨ ਹੋ ਸਕਦਾ ਹੈ ਜੇ ਬਿਜਲੀ ਦਾ ਮਸਲਾ ਹੱਲ ਕਰ ਦਿੱਤਾ ਜਾਏ। ਅਤੇ ਤਰੱਕੀ ਪਾਕਿਸਤਾਨ ਦੀ ਰੋਕੀ ਕਿ ਸਾਡੀਆਂ ਸਾਰੀਆਂ ਛੋਟੀਆਂ ਫੈਕਟਰੀਆਂ ਬੰਦ ਹੋ ਗਈਆਂ ਨੇ, ਸਾਡੇ ਸਨਅਤਾਂ ਬੰਦ ਹੋ ਗਈਆਂ ਨੇ, ਵੱਡੀਆਂ ਫੈਕਟਰੀਆਂ ਕਿਉਂ? ਬਿਜਲੀ ਗੈਸ ਦਾ ਬੁਹਰਾਨ ਹੈ। ਅਤੇ ਚੀਨ ਆਪਣੇ ਬਿਜਲੀ ਗੈਸ ਦਾ ਬੁਹਰਾਨ ਖਤਮ ਕਰ ਰਿਹਾ। ਜਿਹੜਾ ਬੰਦਾ ਪਿਛਲੀ ਸਦੀ ਤੇਲ ਦੀ ਸੀ, ਅਗਲੀ ਸਦੀ ਬਿਜਲੀ ਦੀ ਹੈ। ਚੀਨ ਤੇਜ਼ੀ ਨਾਲ ਸੋਲਰ ਪੈਨਲ ਬਣਾ ਰਿਹਾ, ਹਵਾ ਨਾਲ ਬਿਜਲੀ ਬਣਾ ਰਿਹਾ, ਡੈਮਾਂ ਨਾਲ ਬਣਾ ਰਿਹਾ, ਪਾਣੀ ਨਾਲ ਬਣਾ ਰਿਹਾ। ਪਾਕਿਸਤਾਨ 'ਚ ਡੈਮ ਵੀ ਨਹੀਂ ਬਣਨ ਦਿੰਦੇ। ਸਿੰਧ ਦੇ ਵਿੱਚੋਂ ਨਹਿਰਾਂ ਬਣਾਉਣੀਆਂ ਸ਼ੁਰੂ ਕਰ ਦਿਓ, ਸਿੰਧ 'ਚ, ਬਲੋਚਿਸਤਾਨ 'ਚ, KPK 'ਚ ਡੈਮ ਬਣਾ ਦਿਓ, ਪੰਜਾਬ 'ਚ ਆਹਰ 'ਤੇ ਆ ਜਾਇਓ, ਲੇਕਿਨ ਮੁਲਕ ਦੇ ਵਿੱਚ ਬਿਜਲੀ ਬਣਨ ਦਿਓ। ਲੋਕਾਂ ਕੋਲ ਮੁਫਤ ਬਿਜਲੀ ਆਏਗੀ, ਫਿਰ ਇੰਝ ਦੇ ਮਸਾਇਲ ਨਹੀਂ ਹੋਣਗੇ ਕਿ ਭਾਈ ਇਹਨਾਂ ਨੂੰ ਹਜ਼ਮ ਨਹੀਂ ਹੋ ਰਹੀ। ਇਹ ਜਿਹੜੇ ਪਾਗਲ ਹੋਏ ਨੇ ਨੌਜਵਾਨ ਐਸੇ ਵਜ੍ਹਾ ਤੋਂ ਹੋਏ ਨੇ ਕਿ ਸਾਡਾ ਮੁਲਕ ਸਾਡੀ ਅੱਖਾਂ ਦੇ ਸਾਹਮਣੇ ਥੱਲੇ ਜਾ ਰਿਹਾ। ਅਤੇ ਆਹ ਸਾਕ ਡਾਰ ਅਤੇ ਸ਼ਬਾਜ਼ ਸ਼ਰੀਫ ਜਾਂ ਜਿਹੜੇ ਵੀ ਨੇ ਜਿਨ੍ਹਾਂ ਦਾ ਅਸੀਂ ਨਾਮ ਹੀ ਨਹੀਂ ਲੈ ਸਕਦੇ, ਉਹਨਾਂ ਅੱਗੇ ਹੀ ਹੱਥ ਤੋਂ ਜੋੜ ਕੇ ਦਰਖਾਸਤ ਹੈ ਕਿ ਸਿਰਫ ਯਾਰ ਬਿਜਲੀ, ਚੀਨ ਸਾਡਾ ਯਾਰ ਹੈ, ਸਾਨੂੰ ਫਾਈਟਰ ਜਹਾਜ਼ ਦੇ ਰਿਹਾ ਅਤੇ ਸਾਨੂੰ ਸੋਲਰ ਪੈਨਲ 25% ਪਾਕਿਸਤਾਨ ਅੱਗੇ ਹੀ ਸੋਲਰ 'ਤੇ ਟੁਰ ਗਿਆ। ਜਿੱਦਣ 100% ਪਾਕਿਸਤਾਨ ਸੋਲਰ 'ਤੇ ਟੁਰ ਜਾਏਗਾ ਨਾ, ਪਾਕਿਸਤਾਨ ਦੇ 70-80% ਮਸਲੇ ਹੱਲ ਹੋ ਜਾਣਗੇ।